ਦੱਸ ਦਿਓ ਜੀ ਤੋਂ ਰੈਡੀ ਰੈਡੀ ਹੈ ਰੈਡੀ ਹੈ ਜੀ ਰੈਡੀ ਹੈ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬੜਾ ਇੰਪੋਰਟੈਂਟ ਇਸ਼ੂ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਇਆ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਹਦੇ 70% ਤੋਂ ਉੱਪਰ ਜਿਹੜੀ ਆਬਾਦੀ ਹੈ ਸਿੱਧੇ ਤੌਰ ਤੇ ਖੇਤੀ ਨਾਲ ਜੁੜੀ ਹੈ। ਜੇ ਅਸਿੱਧੇ ਤੌਰ ਤੇ ਗੱਲ ਕਰਾਂ ਤਾਂ 100% ਪੰਜਾਬ ਦੀ ਜਿਹੜੀ ਇਕਨੋਮੀ ਹੈ ਉਹ ਐਗਰੀਕਲਚਰ ਦੇ ਅਰਾਊਂਡ ਰਿਵੋਲਵ ਕਰਦੀ ਹੈ। ਇਸ਼ੂ ਐਡਾ ਵੱਡਾ ਇੱਕ ਅੱਜ ਅਸੀਂ ਫੇਸ ਕਰ ਰਹੇ ਹਾਂ, ਸਾਨੂੰ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਡਾਇਰੈਕਟ ਡੀਬੀਟੀ ਵਾਲੀ ਜਿਹੜੀ ਸਕੀਮ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਿੱਧੀ ਪੇਮੈਂਟ ਜਿਹੜੀ ਕਹਿੰਦੇ ਅਸੀਂ ਕਿਸਾਨ ਦੇ ਖਾਤੇ 'ਚ ਪਾਉਣੀ ਹੈ। ਆੜਤੀਏ ਦਾ ਤੇ ਜ਼ਿਮੀਂਦਾਰ ਦਾ ਰਿਸ਼ਤਾ ਮੈਂ ਵੀ ਆਪਦੇ ਬਚਪਨ ਤੋਂ ਕਿਉਂਕਿ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਆੜਤੀਏ ਦਾ ਤੇ ਜ਼ਿਮੀਂਦਾਰ ਦਾ ਰਿਸ਼ਤਾ ਮੈਂ ਇਹ ਕਹਿੰਦਾ ਕਿ ਸ਼ਾਇਦ ਸਕੇ ਭਰਾਵਾਂ ਨਾਲੋਂ ਵੱਧ ਇੱਕ ਪਰਿਵਾਰ ਨਾਲੋਂ ਵੱਧ ਜਿਹੜਾ ਰਿਸ਼ਤਾ ਹੁੰਦਾ। ਅੱਧੀਆਂ ਗੱਲਾਂ ਸ਼ਾਇਦ ਪਰਿਵਾਰ 'ਚ ਰਿਸ਼ਤੇਦਾਰੀਆਂ 'ਚ ਨਹੀਂ ਪਤਾ ਹੁੰਦੀਆਂ ਸੀ ਜਿਹੜੀ ਇੱਕ ਜ਼ਿਮੀਂਦਾਰ ਇੱਕ ਕਿਸਾਨ ਆਪਦੇ ਆੜਤੀਏ ਨਾਲ ਆ ਕੇ ਸਾਂਝੀ ਕਰ ਲੈਂਦਾ। ਪਰਿਵਾਰ ਦੇ ਦੁੱਖ ਸੁੱਖ, ਪਰਿਵਾਰ ਦੀਆਂ ਸਮੱਸਿਆਵਾਂ, ਪਰਿਵਾਰ 'ਚ ਕੋਈ ਖੁਸ਼ੀ ਗਮੀ ਦਾ ਮੌਕਾ ਹੋਵੇ, ਹਮੇਸ਼ਾ ਅੱਧੀ ਰਾਤ ਨੂੰ ਵੀ ਜੇ ਕਿਸੇ ਦਾ ਬਾਹਰ ਖੜਕਾਉਣ ਦੀ ਲੋੜ ਪੈਂਦੀ ਸੀ ਸਭ ਤੋਂ ਪਹਿਲਾਂ ਕਿਸਾਨ ਆ ਕੇ ਆਪਦੇ ਆੜਤੀਏ ਦਾ ਦਰਵਾਜ਼ਾ ਖੜਕਾਉਂਦਾ ਤੇ ਕਦੇ ਵੀ ਆੜਤੀਏ ਨੇ ਵੀ ਕਿਸੇ ਨੇ ਆਪਦੇ ਜ਼ਿਮੀਂਦਾਰ ਨੂੰ ਔਖੇ ਮਾੜੇ ਸਮੇਂ ਕਦੇ ਪਿੱਛੇ ਨਹੀਂ ਹਟੇ। ਅੱਜ ਹਾਲਾਤ ਕੀ ਬਣਾਏ ਜਾ ਰਹੇ ਹੈ ਕਿ ਆੜਤੀਏ ਭਾਈਚਾਰੇ ਨੂੰ ਇਸ ਪ੍ਰੋਸੈਸ 'ਚੋਂ ਬਾਹਰ ਕਰ ਦਿੱਤਾ ਜਾਵੇ ਤੇ ਡਾਇਰੈਕਟ ਕਹਿੰਦੇ ਅਸੀਂ ਕਿਸਾਨਾਂ ਤੋਂ ਖਰੀਦ ਕੇ ਤੇ ਕਿਸਾਨਾਂ ਨੂੰ ਅਸੀਂ ਪੇਮੈਂਟ ਕਰਨੀ ਹੈ। ਹੁਣ ਜਿੱਥੇ ਇੱਕ ਬੜਾ ਵੱਡਾ ਸਿਸਟਮ ਹੈ APMC ਐਕਟ ਤਹਿਤ ਪੰਜਾਬ ਦੇ ਵਿੱਚ ਪ੍ਰੋਕਿਉਰਮੈਂਟ ਹੁੰਦੀ ਹੈ, ਜਿੱਥੇ ਇੱਕ ਆੜਤੀਏ ਕਿਸਾਨ ਦੇ ਰਿਸ਼ਤੇ ਦੀ ਮੈਂ ਜ਼ਿਕਰ ਕੀਤਾ ਉੱਥੇ ਇੱਕ ਇਸ ਮੁਲਕ ਨੂੰ ਵੀ ਬੜੀ ਵੱਡੀ ਸੇਵਾ ਹੈ ਆੜਤੀਏ ਭਾਈਚਾਰੇ ਦੀ। ਲੱਖਾਂ ਟਨ ਤਕਰੀਬਨ 150 ਲੱਖ ਟਨ ਪ੍ਰੋਕਿਉਰਮੈਂਟ ਹੁੰਦੀ ਹੈ ਇੱਕ ਸੀਜ਼ਨ ਦੀ, ਕਣਕ ਦੀ ਵੀ ਝੋਨੇ ਦੀ ਵੀ। 150 ਲੱਖ ਟਨ ਪ੍ਰੋਕਿਉਰ ਕਰਕੇ ਬਿਨਾਂ ਕਿਸੇ ਦਿੱਕਤ ਤੋਂ, ਬਿਨਾਂ ਕਿਸੇ ਹੈਸਲ ਤੋਂ, ਹੈਸਲ ਫ੍ਰੀ ਪ੍ਰੋਕਿਉਰਮੈਂਟ ਕਰਕੇ ਅੰਨ ਦੇ ਭੰਡਾਰਾਂ 'ਚ ਜਾਣਾ ਤੇ ਉਸ ਤੋਂ ਬਾਅਦ PDS ਸਿਸਟਮ ਰਾਹੀਂ ਹਿੰਦੁਸਤਾਨ ਦੇ ਜੇ ਗਰੀਬ ਲੋਕਾਂ ਤੱਕ ਅੰਨ ਪਹੁੰਚਦਾ ਹੈ ਉਹਦੇ 'ਚ ਸਭ ਤੋਂ ਵੱਡਾ ਰੋਲ ਪੰਜਾਬ ਦੇ ਕਿਸਾਨ ਦੇ ਨਾਲ ਪੰਜਾਬ ਦੇ ਆੜਤੀਏ ਦਾ। ਸਰਕਾਰ ਨੂੰ ਮੈਂ ਚੈਲੰਜ ਕਰਦਾ 150 ਲੱਖ ਟਨ ਛੱਡੋ, ਤੁਸੀਂ 1.5 ਲੱਖ ਟਨ ਖਰੀਦ ਕੇ ਦਿਖਾ ਦੇਣ। ਇਹ ਪ੍ਰੋਕਿਉਰਮੈਂਟ ਪ੍ਰੋਸੈਸ ਇੱਕ ਲੁੱਟ ਦੀ ਕਹਾਣੀ ਬਣ ਕੇ ਰਹਿ ਜਾਊਗਾ ਸਰਕਾਰੀ ਅਫਸਰ ਜਦੋਂ ਇਸ ਕੰਮ 'ਚ ਆ ਗਏ। ਅੱਜ ਵੀ ਜੇ ਫਾਰਮਰ ਦੀ ਐਕਸਪਲੋਇਟੇਸ਼ਨ ਨੂੰ ਕਿਸੇ ਹੱਦ ਤੱਕ ਰੋਕਿਆ ਜਾਂਦਾ ਹੈ ਤਾਂ ਉਹਦੇ 'ਚ ਵੀ ਆੜਤੀਏ ਭਾਈਚਾਰੇ ਦਾ ਬੜਾ ਵੱਡਾ ਰੋਲ ਹੈ। ਸੋ ਇਹ ਜਿਹੜਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਸਕੀਮ ਪਹਿਲਾਂ ਮਨਮੋਹਨ ਸਿੰਘ ਸਰਕਾਰ ਵੇਲੇ ਇਹ ਗੱਲ ਆਈ ਸੀ 2015 'ਚ, ਉਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ। ਘੱਟ ਤੋਂ ਘੱਟ ਮੈਨੂੰ ਯਾਦ ਹੈ 15 ਵਾਰ ਬਾਦਲ ਸਾਹਿਬ ਮਨਮੋਹਨ ਸਿੰਘ ਕੋਲੇ ਤੇ ਕੇਂਦਰ 'ਚ ਐਗਰੀਕਲਚਰ ਮਿਨਿਸਟਰ ਕੋਲੇ ਜਾ ਕੇ ਉਹਨਾਂ ਨੂੰ ਵਾਸਤੇ ਪਾ ਕੇ, ਉਹਨਾਂ ਨੂੰ ਲੌਜਿਕ ਤੇ ਗੱਲ ਕਰਕੇ, ਉਹਨਾਂ ਨੂੰ ਫੈਕਟਸ ਤੇ ਗੱਲ ਕਰਕੇ ਇਸ ਸਕੀਮ ਨੂੰ ਰੋਕਿਆ ਸੀ। ਸਰਕਾਰ ਬਦਲੀ 2017 'ਚ ਤੇ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਪੰਜਾਬ 'ਚ, ਉੱਤੇ ਸਰਕਾਰ ਬਣ ਗਈ BJP ਦੀ। ਹਾਲਾਤ ਕੀ ਬਣੇ? ਹਾਲਾਤ ਇਹ ਬਣੇ ਕਿ BJP ਦੀ ਸਰਕਾਰ ਨੇ ਫਿਰ ਇਹ ਸਕੀਮ ਜਿਹੜੀ ਕਾਂਗਰਸ ਦੀ ਸਰਕਾਰ ਨੇ ਚਲਾਈ ਸੀ BJP ਦੀ ਸਰਕਾਰ ਨੇ ਫਿਰ ਚੱਕ ਲਈ। ਪਰ ਫਰਕ ਕਿੱਥੇ ਰਹਿ ਗਿਆ ਕਿ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ। ਸੁੱਤਾ ਰਿਹਾ, ਕੇਵਲ ਜਿਹੜੀ ਉਹਦੇ ਅਫਸਰ ਉੱਤੇ ਚਿੱਠੀ ਲਿਖਾ ਲੈਂਦੇ ਸੀ ਬਾਬੂ ਲੋਕ, ਉਹਦੇ ਤੇ ਘੁੱਗੀ ਮਾਰ ਦਿੰਦਾ ਸੀ, ਪੜ੍ਹਦਾ ਵੀ ਨਹੀਂ ਸੀ ਕੀ ਹੈ। ਇਹਦਾ ਪ੍ਰੂਫ ਕਿੱਥੋਂ ਆਇਆ? ਆ ਕੇਂਦਰ ਨੇ ਚਿੱਠੀ ਲਿਖ ਕੇ ਭੇਜੀ ਕੈਪਟਨ ਅਮਰਿੰਦਰ ਸਿੰਘ ਨੂੰ 27 ਮਾਰਚ 2021 ਦੀ ਚਿੱਠੀ ਹੈ ਪੀਯੂਸ਼ ਗੋਇਲ ਦੀ, ਜਿਹਦੇ ਚੋਂ ਲਿਖਦਾ ਕਿ 2018 ਦੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਖਾਤੇ ਆਨਲਾਈਨ ਕਰੋ, ਕਿ ਅਸੀਂ ਡਾਇਰੈਕਟ ਪੇਮੈਂਟ ਕਰਨੀ ਹੈ ਤੇ ਤੁਸੀਂ ਸਾਡੇ ਤੋਂ ਹਰ ਸਾਲ ਸਮਾਂ ਮੰਗਦੇ ਰਹੇ ਕਿ ਅਗਲੇ ਸਾਲ ਤੱਕ ਦਾ ਸਾਨੂੰ ਸਮਾਂ ਦੇ ਦਿਓ, ਪਰ ਕਿਤੇ ਤੁਸੀਂ ਇਸ ਸਕੀਮ ਦਾ ਵਿਰੋਧ ਨਹੀਂ ਕੀਤਾ। ਇਹ ਪੀਯੂਸ਼ ਗੋਇਲ ਦੀ ਚਿੱਠੀ ਹੈ। ਕਿਤੇ ਵੀ
ਇਹ ਜ਼ਿਕਰ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਕੀਮ ਦਾ ਵਿਰੋਧ ਕੀਤਾ ਹੋਵੇ। ਕੈਪਟਨ ਅਮਰਿੰਦਰ ਸਿੰਘ ਕੇਵਲ ਤੇ ਕੇਵਲ ਆ ਚੌਥੇ ਪੈਰੇ 'ਚ ਕਿ ਤੁਸੀਂ ਐਕਸਟੈਂਸ਼ਨਸ ਮੰਗਦੇ ਰਹੇ ਤੇ ਤੁਹਾਨੂੰ ਐਕਸਟੈਂਸ਼ਨਸ ਮਿਲਦੀਆਂ ਰਹੀਆਂ ਤੇ ਅੱਜ ਆ ਕੇ ਹੁਣ ਤੁਸੀਂ ਇਹ ਜਿਹੜਾ ਖਾਤੇ ਹੈ ਇਹ ਅਪਡੇਟ ਕਰੋ ਸਾਰੇ। ਕੀ ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਮੇਰੇ ਸੂਬੇ ਦੇ ਕਿਸਾਨਾਂ ਦਾ, ਮੇਰੇ ਸੂਬੇ ਦੇ ਆੜ੍ਹਤੀਆਂ ਦਾ ਐਡਾ ਵੱਡਾ ਨੁਕਸਾਨ ਹੋਣ ਲੱਗਿਆ ਤੇ ਮੈਂ ਆਪਦੇ ਮਹਿਲ ਚੋਂ ਨਹੀਂ ਨਿਕਲ ਰਿਹਾ ਤੇ ਮੈਂ ਜਾ ਕੇ ਲੜਾਈ ਲੜਾਂ ਇਹਨਾਂ ਦੀ ਦਿੱਲੀ? ਜ਼ਿੰਮੇਵਾਰੀ ਨਹੀਂ ਸੀ? ਜਦੋਂ ਆਪਦੇ ਪਾਕਿਸਤਾਨੀ ਮਿੱਤਰਾਂ ਦਾ ਵੀਜ਼ਾ ਅੜ ਜਾਂਦਾ ਹੈ ਉਦੋਂ ਤਾਂ ਮਿੰਟ 'ਚ ਚੱਕ ਕੇ ਜਹਾਜ਼ ਤੇ ਵੱਜਦੇ ਅਮਿਤ ਸ਼ਾਹ ਦੇ ਕੋਲੇ। ਤੇ ਕੀ ਗੱਲ ਪਾਕਿਸਤਾਨੀ ਮਿੱਤਰਾਂ ਦਾ ਵੀਜ਼ਾ ਪੰਜਾਬ ਦੇ ਕਿਸਾਨਾਂ ਨਾਲੋਂ ਤੇ ਪੰਜਾਬ ਦੇ ਆੜ੍ਹਤੀਆਂ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ? ਕੇਂਦਰ ਦੀ ਸਰਕਾਰ ਦੀ ਵੀ ਮਨਸ਼ਾ ਦੀ ਨਹੀਂ ਮੈਨੂੰ ਸਮਝ ਆਉਂਦੀ। ਇਹ ਮੁੱਦਾ ਜਿਹੜਾ ਹੈ ਇਹ ਐਗਰੀਕਲਚਰ ਮਿਨਿਸਟਰੀ ਨਾਲ ਪਰਟੇਨ ਕਰਦਾ ਹੈ ਤੇ ਗੱਲ ਕਰਦਾ ਪਿਊਸ਼ ਗੋਇਲ ਹਰ ਮੁੱਦੇ ਤੇ। ਜੇ ਕਿਸਾਨਾਂ ਨਾਲ ਗੱਲ ਕਰਨੀ ਹੈ ਤਾਂ ਪਿਊਸ਼ ਗੋਇਲ ਅੱਗੇ। ਇਹਦਾ ਕਾਰਨ ਕੀ ਹੈ? ਮੇਰੀ ਸਮਝ 'ਚ ਤਾਂ ਇੱਕੋ ਕਾਰਨ ਆਉਂਦਾ ਹੈ ਕਿ ਇਹ ਰਿਲਾਇੰਸ ਵਾਲਿਆਂ ਦਾ, ਅੰਬਾਨੀਆਂ ਦਾ, ਅਡਾਨੀਆਂ ਦਾ ਕੇਂਦਰ ਦੀ ਵਜ਼ਾਰਤ ਦੇ ਵਿੱਚ ਨੁਮਾਇੰਦਾ ਹੈ। ਜਿਵੇਂ ਉਹ ਕਹਿੰਦੇ ਆ ਉਹ ਪਿਊਸ਼ ਗੋਇਲ ਰਾਹੀਂ ਉਹ ਏਜੰਡਾ ਉਹਨਾਂ ਦਾ ਕੇਂਦਰ ਦੀ ਭਾਜਪਾ ਸਰਕਾਰ ਚਲਾ ਰਹੀ ਹੈ ਤੇ ਫਿਕਸਡ ਮੈਚ ਚੱਲ ਰਿਹਾ ਹੈ ਕੇਂਦਰ ਦੀ ਸਰਕਾਰ 'ਚ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ। ਇਹ ਮੈਂ ਪਹਿਲੇ ਦਿਨੋਂ ਤੁਹਾਨੂੰ ਇਹ ਗੱਲ ਕਹਿ ਰਿਹਾ ਤੇ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਫੈਸਲੇ ਦੇ ਬੜੇ ਵੱਡੇ ਨੁਕਸਾਨ ਹੋਣੇ ਆ, ਬੜੇ ਵੱਡੇ ਸਿੱਟੇ ਭੁਗਤਣੇ ਪੈਣੇ ਆ ਪੰਜਾਬ ਨੂੰ। ਇਹਦੇ ਤੁਸੀਂ ਵੇਖੋ, ਇਹ ਕਹਿੰਦੇ ਅਸੀਂ ਡਾਇਰੈਕਟ ਪੈਸੇ ਟ੍ਰਾਂਸਫਰ ਕਰਾਂਗੇ, ਅਸੀਂ ਆੜ੍ਹਤੀਏ ਦੇ ਖਾਤੇ 'ਚ ਨਹੀਂ ਪਾਵਾਂਗੇ, ਅਸੀਂ ਡਾਇਰੈਕਟ ਪੈਸੇ ਟ੍ਰਾਂਸਫਰ ਕਰਾਂਗੇ। ਹੁਣ ਤੁਸੀਂ ਮੈਂ ਜ਼ਿਮੀਂਦਾਰ ਹਾਂ, ਤਕਰੀਬਨ ਹਰ ਜ਼ਿਮੀਂਦਾਰ ਦਾ ਲੋਨ ਹੈ ਬੈਂਕ ਦਾ ਖੜਾ। ਮੇਰੇ ਖਾਤੇ 'ਚ ਪੈਸੇ ਆ ਗਏ, ਸਭ ਤੋਂ ਪਹਿਲਾਂ ਤਾਂ ਬੈਂਕ ਆਪਦਾ ਲੋਨ ਕੱਟੂਗਾ, ਜੇ ਕੋਈ ਬਚ ਗਿਆ ਉਹਦੇ 'ਚੋਂ ਮੈਨੂੰ ਮਿਲੂਗਾ ਤੇ ਜੇ ਨਾ ਬਚਿਆ ਤਾਂ ਮੈਂ ਗਿਆ। ਮੇਰੀ 6 ਮਹੀਨੇ ਦੀ, ਮੇਰੀ ਸਾਲ ਦੀ ਜਿਹੜੀਆਂ ਫਸਲਾਂ ਆਉਣੀਆਂ ਤੇ ਫਿਰ ਮੈਨੂੰ ਤਾਂ ਮਿਲਣਾ ਹੀ ਕੁਝ ਨਹੀਂ ਉਹਦੇ 'ਚੋਂ। ਉਹ ਮਸਲਾ ਇੱਕ ਵੱਡਾ ਮਸਲਾ ਹੈ। ਆੜ੍ਹਤੀਆ ਭਾਈਚਾਰਾ ਵਿੱਚੋਂ ਨਿਕਲ ਗਿਆ। ਹਨੇਰੇ ਸਵੇਰੇ ਮੈਨੂੰ ਲੋੜ ਪੈ ਗਈ, ਮੇਰੇ ਪਰਿਵਾਰ 'ਚ ਕੋਈ ਬਿਮਾਰ ਸ਼ਮਾਰ ਹੋ ਗਿਆ, ਕੋਈ ਦੁੱਖ ਤਕਲੀਫ ਆ ਗਈ, ਕੋਈ ਮੇਰੇ ਲੜਕੀ ਦੀ ਸ਼ਾਦੀ ਆ ਗਈ, ਕੁਝ ਹੋਰ ਆ ਗਿਆ ਤੇ ਮੈਂ ਕਿਹਦਾ ਜਾ ਕੇ ਬਾਹਰ ਖੜਕਾਊਂਗਾ? ਬੈਂਕ ਦਾ ਖੜਕਾਊਂਗਾ ਕਿ ਮੋਦੀ ਦਾ ਖੜਕਾਊਂਗਾ ਕਿ ਕੈਪਟਨ ਦਾ ਖੜਕਾਊਂਗਾ ਜਾ ਕੇ? ਇਹ ਇਹਨਾਂ ਇਸ਼ੂਜ਼ ਨੂੰ ਸਮਝ ਨਹੀਂ ਰਹੇ। ਰਿਕਾਰਡ ਅਪਡੇਟ ਕਰਨ ਦੀ ਗੱਲ ਕਰ ਰਹੇ ਕਿ ਜਿਹਦੇ ਨਾਂ ਤੇ ਅਸੀਂ ਪੇਮੈਂਟ ਕਰ ਦਿਆਂਗੇ ਤੇ ਆਪਣੇ ਤਾਂ ਬੜੀ ਵੱਡੀ ਗਿਣਤੀ 'ਚ ਲੋਕ ਜ਼ਮੀਨ ਠੇਕੇ ਤੇ ਦਿੰਦੇ ਆ। ਉਹ ਪੈਸਾ ਕਿੱਥੇ ਜਾਊਗਾ ਜੀ? ਤਕਸੀਮਾਂ ਨਹੀਂ ਹੋਈਆਂ, ਸਾਂਝੇ ਖਾਤੇ ਚੱਲ ਰਹੇ ਆ, ਉਹ ਪੈਸਾ ਕਿੱਥੇ ਜਾਊਗਾ ਜੀ? NRI ਭਰਾ ਬਾਹਰ ਬੈਠੇ ਆ, ਉਹ ਪੈਸਾ ਕਿੱਥੇ ਜਾਊਗਾ ਜੀ? ਸੋ ਇਹ ਸਾਰੇ ਮੁੱਦਿਆਂ ਨੂੰ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਮੇਂ ਸਿਰ ਜਾ ਕੇ ਕੇਂਦਰ ਨਾਲ ਗੱਲ ਕਰਦਾ, ਪ੍ਰਧਾਨ ਮੰਤਰੀ ਨਾਲ ਗੱਲ ਕਰਦਾ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦਾ, ਕਾਂਗਰਸ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਪਿਛਲੇ 1 ਸਾਲ 'ਚ ਜਾਂ 2 ਸਾਲਾਂ 'ਚ ਮੈਨੂੰ ਮੀਟਿੰਗ ਦਿਖਾ ਦੇਣੇ ਨੇ ਜਾ ਕੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ ਹੋਵੇ ਕਿ ਇਸ ਸਿਸਟਮ ਨੂੰ ਰੋਕਿਆ ਜਾਵੇ ਜਾਂ ਸਾਡੇ ਆੜ੍ਹਤੀਆਂ ਦਾ ਜਾਂ ਸਾਡੇ ਜ਼ਿਮੀਂਦਾਰਾਂ ਦਾ, ਸਾਡੇ ਕਿਸਾਨਾਂ ਦਾ ਨੁਕਸਾਨ ਹੋਊਗਾ। ਕੈਪਟਨ ਅਮਰਿੰਦਰ ਸਿੰਘ ਨਿਕਲਿਆ ਹੀ ਨਹੀਂ ਆਪਦੇ ਮਹਿਲ 'ਚੋਂ। ਕੋਈ ਫਰਕ ਨਹੀਂ ਪੈ ਰਿਹਾ ਉਹਨੂੰ। ਇੱਥੇ ਲੋਕਾਂ ਦੀ ਜਾਨ ਦੀ ਬਣੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੇ ਕੋਈ ਅਸਰ ਹੀ ਨਹੀਂ। ਤੇ ਤੁਸੀਂ ਇਹ ਹਾਲਾਤ ਦੇਖੋ। ਇਹਨਾਂ ਦੀ 31 ਮਾਰਚ ਨੂੰ ਮੀਟਿੰਗ ਹੋਈ ਹੈ ਉੱਥੇ, ਕੈਬਨਿਟ ਮੀਟਿੰਗ 31 ਮਾਰਚ ਦੀ ਹੈ ਕਿ 1 ਅਪ੍ਰੈਲ ਦੀ ਹੈ? 31 ਮਾਰਚ ਦੀ ਹੈ, ਜਿੱਥੇ ਮੋਦੀ ਦੀ ਕੈਬਨਿਟ ਉਹਨੂੰ ਕਹਿੰਦੀ ਹੈ DBT ਇਸ਼ੂ ਵਿਦ ਮੋਦੀ, ਕੈਬਨਿਟ ਆਸਕਸ ਅਮਰਿੰਦਰ। ਤੁਸੀਂ ਹਾਲਾਤ ਦੇਖੋ, ਕੈਬਨਿਟ ਨੂੰ ਕਹਿਣਾ ਪੈ ਰਿਹਾ ਮੁੱਖ ਮੰਤਰੀ ਨੂੰ ਆਪਦੇ ਨੂੰ ਕਿ ਜਾ ਕੇ ਮੁੱਦਾ ਪ੍ਰਧਾਨ ਮੰਤਰੀ ਨਾਲ ਟੇਕ ਅਪ ਕਰ। 1 ਅਪ੍ਰੈਲ ਆ ਗਈ ਹੈ ਤੇ ਇਹ ਅਜੇ ਸੁੱਤੇ, ਹੁਣ ਮਾੜਾ ਮੋਟਾ ਉੱਠ ਰਹੇ ਆ ਕਿ ਜਾ ਕੇ ਮੋਦੀ ਨਾਲ ਟੇਕ ਅਪ ਕਰ। ਮੋਦੀ ਨਾਲ ਤਾਂ ਟੇਕ ਅਪ ਕਰਨਾ ਚਾਹੀਦਾ ਸੀ, ਇਹ 2018 ਦਾ ਮਸਲਾ। ਤੇ ਫਿਰ ਵੋਟਾਂ ਲੈ ਕੇ ਐਡੇ ਇਤਿਹਾਸਿਕ ਮੈਂਡੇਟ ਲੋਕਾਂ ਨੇ ਦਿੱਤਾ ਇਹਨਾਂ ਨੂੰ, ਜਿਹੜੀਆਂ ਇਹਨਾਂ ਨੇ ਕਸਮਾਂ ਖਾਧੀਆਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਲੋਕਾਂ ਨੇ ਅਤਬਾਰ ਕੀਤਾ, ਕਿਉਂਕਿ ਅਸੀਂ ਪ੍ਰਮਾਤਮਾ ਨੂੰ ਮੰਨਣ ਵਾਲੇ ਲੋਕ ਹੈ, ਅਸੀਂ ਰੱਬ ਨੂੰ ਮੰਨਣ ਵਾਲੇ ਲੋਕ ਹੈ। ਕੋਈ ਵੱਡੀ ਤੋਂ ਵੱਡੀ ਜਿੱਥੇ ਕੋਈ ਸਮੱਸਿਆ ਆ ਜਾਵੇ, ਕੋਈ ਮਸਲਾ ਉਲਝ ਜਾਂਦਾ ਹੈ, ਆਪਾਂ ਪਿੰਡਾਂ 'ਚ ਸ਼ਹਿਰਾਂ 'ਚ ਕਹਿੰਦੇ ਆ ਯਾਰ ਗੁਰਦੁਆਰੇ ਜਾ ਕੇ ਸਹੁੰ ਖਾ ਜਾ। ਤੇ ਇਸ ਇਨਸਾਨ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ 10ਵੇਂ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀਆਂ ਸੌਹਾਂ ਖਾ ਕੇ ਜਿਹੜਾ ਬੰਦਾ ਮੁੱਕਰ ਗਿਆ, ਉਹਦੇ ਤੋਂ ਆਸ ਵੀ ਕੀ ਰੱਖਦੇ ਆ?
ਬੜਾ ਵੱਡਾ ਮੈਂਡੇਟ ਲੋਕਾਂ ਨੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਹ ਮੈਂਡੇਟ ਨੂੰ ਲੋਕਾਂ ਨੂੰ ਬਿਟਰੇ ਕੀਤਾ, ਲੋਕਾਂ ਨਾਲ ਧੋਖਾ ਕੀਤਾ, ਪੰਜਾਬ ਦੇ ਲੋਕਾਂ ਦੇ ਪਿੱਠ 'ਚ ਛੁਰਾ ਮਾਰਿਆ ਤੇ ਆਪਦੇ ਮਹਿਲ 'ਚ ਆਰਾਮ ਨਾਲ ਸੁੱਤਾ ਪਿਆ, ਆਪਦੀ ਅਯਾਸ਼ੀ ਦੇ ਵਿੱਚ ਲੱਗਿਆ। ਦੂਜੀ ਗੱਲ, ਡੀਬੀਟੀ ਵਾਲਾ ਮਸਲਾ ਆ ਗਿਆ। ਅਸੀਂ ਇਸ ਮਸਲੇ ਨੂੰ ਪਾਰਲੀਮੈਂਟ ਦੇ ਵਿੱਚ ਜਦੋਂ ਇਸ਼ੂ ਆਇਆ, ਹਰਸਿਮਰਤ ਕੌਰ ਬਾਦਲ ਜੀ ਕੱਲੇ ਐਮਪੀ ਸੀ ਜਿਨ੍ਹਾਂ ਨੇ ਇਹ ਮੁੱਦੇ ਨੂੰ ਅਪੋਜ਼ ਕੀਤਾ। ਸ਼੍ਰੋਮਣੀ ਅਕਾਲੀ ਦਲ ਇੱਕੋ ਪਾਰਟੀ ਸੀ ਜਿਹੜੇ ਇਸ ਮੁੱਦੇ ਤੇ ਖੜ ਕੇ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੇ ਸਾਹਮਣੇ ਗੱਲ ਕੀਤੀ। ਹੁਣ ਕਹਿ ਦਿੰਦੇ ਆ ਜੀ ਕਿ ਅਸੀਂ ਅਮਿਤ ਸ਼ਾਹ ਨਾਲ ਮੈਂ ਗੱਲ ਕਰੂੰਗਾ। ਅਮਿਤ ਸ਼ਾਹ ਨੇ ਇਹਦੇ 'ਚ ਕੀ ਕਰਨਾ ਯਾਰ? ਪ੍ਰਧਾਨ ਮੰਤਰੀ ਨਾਲ ਕਰੋ, ਐਗਰੀਕਲਚਰ ਮਿਨਿਸਟਰ ਨਾਲ ਕਰੋ। ਕਹਿੰਦੇ ਅਮਿਤ ਸ਼ਾਹ ਨੂੰ ਕਿ ਮੈਂ ਇਸ ਮਸਲੇ ਤੇ ਗੱਲ ਕਰੂੰਗਾ, ਗੱਲ ਕਰਦੇ ਆਪਦੇ ਦੋਸਤਾਂ ਦੇ ਵੀਜ਼ੇ ਦੀ। ਇਹ ਸਭ ਦਿਖਾਉਣ ਨੂੰ ਹੋਰ ਤੇ ਅਸਲੀਅਤ ਦੇ ਵਿੱਚ ਹੋਰ ਕੁਝ ਨਿਕਲ ਰਿਹਾ ਇਹਦੇ ਵਿੱਚ। ਅੱਜ ਕਣਕ ਦੀ ਪ੍ਰੋਕਿਉਰਮੈਂਟ ਪਹਿਲਾਂ 1 ਅਪ੍ਰੈਲ ਤੋਂ ਹੁੰਦੀ ਸੀ, 10 ਅਪ੍ਰੈਲ ਕਰਤੀ ਕਿਉਂ ਜੀ? ਕਾਰਨ ਕੀ ਆ ਉਹਦਾ? ਕੋਈ ਕਾਰਨ ਨਹੀਂ ਇਹਨਾਂ ਕੋਲੇ, ਤਿਆਰੀ ਕੋਈ ਨਹੀਂ। ਕਣਕਾਂ ਆਈਆਂ ਪਈਆਂ, ਲੋਕ ਹੁਣ 10 ਅਪ੍ਰੈਲ ਨੂੰ ਉਡੀਕਣਗੇ। ਜੇ ਗਵਾਂਢੀ ਸੂਬਾ 1 ਅਪ੍ਰੈਲ ਤੋਂ ਆਪਦੀ ਖਰੀਦ ਸ਼ੁਰੂ ਕਰ ਸਕਦਾ ਤੇ ਸਾਨੂੰ ਕਿਉਂ ਨਹੀਂ? ਸਾਨੂੰ ਕੀ ਸਮੱਸਿਆ ਇਹਦੇ 'ਚ ਖਰੀਦ ਕਰਨ? ਉਹ ਹਾਲਾਤ ਤੁਸੀਂ ਦੇਖ ਲਓ। 131 ਕਰੋੜ ਰੁਪਇਆ ਆੜਤੀਏ ਭਾਈਚਾਰੇ ਦੀ ਦਾਮੀ ਡਿਊ ਸੀ। ਉਹ ਕਿਉਂ ਡਿਊ ਸੀ? ਫਿਰ ਉਹੀ ਗੱਲ ਜਿਹੜੀ ਮੈਂ ਗੱਲ ਕੀਤੀ, ਫਿਕਸਡ ਮੈਚ ਕੇਂਦਰ ਤੇ ਕੈਪਟਨ ਅਮਰਿੰਦਰ ਸਿੰਘ। ਇਹ ਡਬਲ ਇੰਜਨ ਜਿਵੇਂ ਹੈਲੀਕਾਪਟਰ ਹੁੰਦਾ ਨਾ ਜਾਂ ਜਹਾਜ਼ ਹੁੰਦਾ, ਡਬਲ ਇੰਜਨ ਹੈਲੀਕਾਪਟਰ ਹੈ। ਇੱਕ ਇੰਜਨ ਮੋਦੀ ਨੂੰ ਘੁਮਾਉਂਦਾ, ਇੱਕ ਇੰਜਨ ਕੈਪਟਨ ਘੁਮਾਉਂਦਾ, ਰਲੇ ਹੋਏ ਆ ਇਹ ਫਿਕਸਡ ਮੈਚ ਖੇਡਦੇ। ਜੋ ਪਾਲਿਸੀ ਕੇਂਦਰ ਚਾਹੁੰਦਾ ਹੈ ਉਹੀ ਪਾਲਿਸੀ ਕੈਪਟਨ ਅਮਰਿੰਦਰ ਸਿੰਘ ਇੰਪਲੀਮੈਂਟ ਕਰਦਾ। ਕਿਸਾਨੀ ਕਾਨੂੰਨ ਜਿਹੜੇ ਕਾਲੇ ਕਾਨੂੰਨ ਪਾਸ ਹੋਏ ਆ ਉਹਨਾਂ 'ਚ ਲੈ ਲਓ, ਜਾਂ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ 131 ਕਰੋੜ ਰੁਪਏ ਦੀ ਦਾਮੀ ਹੈ, ਉਹ ਕਿਉਂ ਰੋਕੀ ਗਈ? ਉਹ ਕਹਿੰਦੇ ਸੀ ਕਿ ਤੁਸੀਂ ਕਿਸਾਨਾਂ ਦਾ, ਆੜਤੀਆਂ ਨੂੰ ਕਹਿੰਦੇ ਸੀ ਆਪਦਾ ਸਾਰਾ ਡਾਟਾ PFMS ਦੇ ਜਿਹੜੀ ਇਹਨਾਂ ਦੀ ਆਨਲਾਈਨ ਪੋਰਟਲ ਹੈ ਉਹਦੇ ਤੇ ਅਪਡੇਟ ਕਰੋ। ਇਹ ਕਹਿੰਦੇ ਨਹੀਂ ਅਸੀਂ ਕਿਸਾਨਾਂ ਦਾ ਡਾਟਾ ਨਹੀਂ ਦੇਣਾ, ਵੀ ਕਿਸਾਨ ਨਹੀਂ ਦੇਣਾ ਚਾਹੁੰਦੇ, ਕਿਉਂ ਦਈਏ ਅਸੀਂ? ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਦਾਮੀ ਇਹਨਾਂ ਦੀ ਸੀ 131 ਕਰੋੜ ਰੁਪਇਆ, ਇਹ ਕਹਿ ਕੇ ਰੋਕ ਲਈ ਕਿ ਤੁਸੀਂ ਜੇ ਨਹੀਂ ਕਰਦੇ ਇਹਦਾ ਮਤਲਬ ਤੁਸੀਂ ਐਂਟੀ ਗਵਰਨਮੈਂਟ ਹੋ। ਐਂਟੀ ਗਵਰਨਮੈਂਟ ਕਹਿ ਕੇ ਇਹਨਾਂ ਦੀ ਦਾਮੀ 131 ਕਰੋੜ ਰੁਪਇਆ ਰੋਕ ਲਈ। ਪ੍ਰੈਸ਼ਰਾਈਜ਼ ਕੀਤਾ ਗਿਆ, ਦਬਾਅ ਪਾਇਆ ਗਿਆ, ਹਰ ਹੱਥਕੰਡਾ ਵਰਤਿਆ ਗਿਆ ਕਿ ਇਹ ਜਿਹੜਾ ਤੁਸੀਂ ਰਿਕਾਰਡ ਹੈ ਇਹਨੂੰ ਅਪਲੋਡ ਕਰੋ। ਇਹ ਅਪਲੋਡ ਕਿਉਂ ਕਰਾਉਣਾ ਚਾਹੁੰਦੇ ਸੀ? ਕਿਉਂਕਿ ਡਾਇਰੈਕਟ ਪੇਮੈਂਟ ਕਰਨੀ ਹੈ। ਜੇ ਅਪਲੋਡ ਨਹੀਂ ਹੁੰਦਾ, ਡਾਇਰੈਕਟ ਪੇਮੈਂਟ ਨਹੀਂ ਹੁੰਦੀ। ਪ੍ਰੈਸ਼ਰ ਪਾ ਕੇ ਅਪਲੋਡ ਕਰਾਇਆ। ਅਪਲੋਡ ਹੋਏ ਨੂੰ ਵੀ ਸਾਲ ਹੋ ਗਿਆ, 28 ਫਰਵਰੀ 2020 ਦਾ ਅਪਲੋਡ ਹੋਇਆ ਤੇ 2019 ਦੀ ਦਾਮੀ ਹੈ ਇਹ। 2020 ਦਾ ਅਪਲੋਡ ਹੋਇਆ, ਅੱਜ 1.25 ਸਾਲ ਹੋ ਗਿਆ, ਹਜੇ ਤੱਕ ਪੇਮੈਂਟ ਨਹੀਂ ਮਿਲੀ। ਕੱਲ ਮੀਟਿੰਗ ਹੋਈ ਸੀ ਜਿਹਦੇ 'ਚ ਕਹਿੰਦੇ ਅਸੀਂ ਰਿਲੀਜ਼ ਕਰ ਦਿਆਂਗੇ, ਪਰ ਕਹਿੰਦੇ ਤਾਂ ਬੜਾ ਕੁਛ ਹੈ। 4 ਸਾਲ 5 ਸਾਲ ਹੋ ਗਏ, 5 ਬਜਟ ਪ੍ਰੈਜ਼ੈਂਟ ਕਰਕੇ ਆ, 4.25 ਸਾਲ ਹੋ ਗਏ ਸਰਕਾਰ ਬਣਿਆ, ਕਹਿੰਦੇ ਤਾਂ ਬਜਟ 'ਚ ਵੀ ਬੜਾ ਕੁਛ ਹੈ, ਨਿਕਲਦਾ ਕੁਛ ਨਹੀਂ। ਤੁਸੀਂ ਇਹ ਵੇਖ ਲਓ, ਪਿਛਲੇ ਸਾਲ ਦੇ ਬਜਟ ਔਨ ਰਿਕਾਰਡ ਦੀਆਂ ਗੱਲਾਂ ਕਰ ਰਿਹਾ ਮੈਂ, 2000 ਕਰੋੜ ਰੁਪਇਆ ਇਹਨਾਂ ਨੇ ਕਿਸਾਨੀ ਕਰਜ਼ਾ ਮਾਫੀ ਵਾਸਤੇ ਬਜਟ ਦੇ ਵਿੱਚ ਡਾਕੂਮੈਂਟ 'ਚ ਰੱਖਿਆ ਸੀ। ਸਿੰਗਲ ਰੁਪਇਆ ਨਹੀਂ ਦਿੱਤਾ ਪਿਛਲੇ 1 ਸਾਲ 'ਚ। ਉਦੋਂ ਪਿਛਲੇ ਸਾਲ 'ਚ 3000 ਕਰੋੜ ਰੱਖਿਆ ਸੀ, ਸਿੰਗਲ ਰੁਪਇਆ ਨਹੀਂ ਦਿੱਤਾ। ਐਤਕੀ 1500 ਕਰੋੜ ਰੁਪਇਆ ਰੱਖਤਾ, ਦੇਣਾ ਐਤਕੀ ਵੀ ਕੁਝ ਨਹੀਂ। ਕਹਿਣ 'ਚ ਕੀ ਜਾਂਦਾ? ਪਰ ਸ਼੍ਰੋਮਣੀ ਅਕਾਲੀ ਦਲ ਇਸ ਡੀਬੀਟੀ ਵਾਲੇ ਮਸਲੇ ਦਾ ਵਿਰੋਧ ਕਰਦਾ ਹੈ, ਡਟ ਕੇ ਵਿਰੋਧ ਕਰਦਾ ਹੈ। ਕੋਈ ਵੀ ਫੈਸਲਾ ਕਿਸਾਨ ਤੇ ਆੜਤੀਏ ਨੂੰ ਔਨ ਬੋਰਡ ਲਿੱਤੇ ਬਿਨਾ ਇਹਦੇ 'ਚ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਡਟ ਕੇ ਹਰ ਪਲੇਟਫਾਰਮ ਤੇ, ਚਾਹੇ ਉਹ ਪਾਰਲੀਮੈਂਟ ਹੋਵੇ, ਚਾਹੇ ਵਿਧਾਨ ਸਭਾ ਹੋਵੇ ਤੇ ਚਾਹੇ ਉਹ ਲੋਕਾਂ ਦੇ ਵਿੱਚ ਜਾ ਕੇ ਇਹਦਾ ਵਿਰੋਧ ਕਰਨਾ ਪਵੇ, ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰੇਗਾ ਤੇ ਕਿਸਾਨ ਭਰਾਵਾਂ ਨਾਲ, ਆੜਤੀਏ ਭਾਈਚਾਰਿਆਂ ਨਾਲ ਡਟ ਕੇ ਅਸੀਂ ਖੜਾਂਗੇ। ਕੇਂਦਰੀ ਜਿਹੜਾ ਖੁਰਾਕ ਮੰਤਰੀ ਹੈ ਉਹਨੇ ਚਿੱਠੀ ਲਿਖੀ ਹੈ ਪੰਜਾਬ ਸਰਕਾਰ ਨੂੰ, ਕੈਪਟਨ ਕਹਿੰਦਾ ਮੈਂ ਨਾਲ ਖੜਿਆ, ਪਰ ਆੜਤੀਏ ਹੁਣ ਕੀ ਸਮਝਦੇ ਤੋਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਖਾਤੇ 'ਚ ਆਉਣਗੇ ਜਾਂ ਸਿੱਧੀ ਜਾਊਗੀ? ਦੇਖੋ ਗੱਲ ਇਹ ਹੈ, ਖੁਰਾਕ ਮੰਤਰੀ ਨੇ ਨਹੀਂ ਕੀਤੀ, ਇੰਡਸਟਰੀ ਮਿਨਿਸਟਰ ਨੇ ਕੀਤੀ। ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਸੀ, ਪ੍ਰਧਾਨ ਜੀ ਹੋਰਾਂ ਨੇ ਮੈਨੂੰ ਪਹਿਲਾਂ ਪੁਆਇੰਟ ਆਊਟ ਕੀਤੀ ਸੀ ਇਹ ਗੱਲ ਕਿ ਕੇਂਦਰੀ ਖੁਰਾਕ ਮੰਤਰੀ ਨੇ ਨਹੀਂ ਲਿਖੀ, ਐਗਰੀਕਲਚਰ ਮਿਨਿਸਟਰ ਨੇ ਨਹੀਂ ਲਿਖੀ, ਪ੍ਰਧਾਨ ਮੰਤਰੀ ਨੇ ਨਹੀਂ ਲਿਖੀ। ਅੰਬਾਨੀਆਂ ਦਾ ਜਿਹੜਾ ਨੁਮਾਇੰਦਾ ਹੈ ਕੈਬਨਿਟ 'ਚ, ਅੰਬਾਨੀਆਂ ਦਾ ਤੇ ਅਡਾਨੀਆਂ ਦਾ ਜਿਹੜਾ ਨੁਮਾਇੰਦਾ ਹੈ ਕੈਬਨਿਟ 'ਚ,
ਉਹ ਲਿਖ ਰਿਹਾ ਕੈਪਟਨ ਅਮਰਿੰਦਰ ਸਿੰਘ ਨੂੰ, ਕਿਉਂਕਿ ਦੋਨੋਂ ਰਲ ਕੇ ਖੇਡ ਰਹੇ ਆ। ਇਸ ਗੱਲ ਦਾ ਤੁਹਾਨੂੰ ਸਮਝਣ ਦੀ ਲੋੜ ਹੈ। ਤੇ ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਜਿਵੇਂ ਮੈਂ ਪਹਿਲਾਂ ਕਿਹਾ ਬੜਾ ਕੁਝ ਕਹਿ ਰਿਹਾ, ਉਹਦੀ ਕਹਿਣੀ ਤੇ ਕਥਨੀ 'ਚ ਬੜਾ ਫਰਕ ਹੈ। ਹਾਥੀ ਕੇ ਦਾंत ਖਾਣੇ ਕੋ ਔਰ ਦਿਖਾਣੇ ਕੋ ਔਰ। ਤੁਸੀਂ ਵੇਖ ਲਓ, ਬੈਠਾ ਉੱਥੇ ਸਟੇਟਮੈਂਟ ਜਾਰੀ ਕਰ ਦਿੰਦਾ ਆਪਦੇ ਫਾਰਮ ਹਾਊਸ 'ਚੋਂ, ਤੇ ਕਦੇ ਉਸ ਸਟੇਟਮੈਂਟ ਨੂੰ ਫੋਲੋ ਅਪ ਕੀਤਾ? ਕੋਈ ਪੰਜਾਬ ਦਾ ਮਸਲਾ ਮੈਨੂੰ ਦੱਸ ਦਿਓ ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਜਾ ਕੇ ਕੇਂਦਰ ਨਾਲ ਮੱਥਾ ਲਾਇਆ ਹੋਵੇ। ਸਿੰਗਲ ਨਹੀਂ ਦੱਸ ਸਕੂੰਗਾ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।